What is the exact format of writing task 1 academic? Or what should we write in task 1 if we are an academic student? So guys, there are lots of questions, there are numerous questions that always goes in our mind. So today I'm here to rectify all these queries, solve all these doubts. Hello everyone, this is Parneet. I hope you all are doing good. Task 2 the format ਆਪਾਂ already discuss ਕਰ ਚੁੱਕੇ ਹਾਂ, whether you are GT or academic student. However, today we are going to discuss academic task 1 format. ਟਾਸਕ 1 ਦੀ ਜਦੋਂ ਗੱਲ ਆਉਂਦੀ ਹੈ ਐਕੈਡੈਮਿਕ ਦੇ ਵਿੱਚ ਸਟੂਡੈਂਟਸ ਬਹੁਤ ਜ਼ਿਆਦਾ ਕਨਫਿਊਜ਼ ਹੁੰਦੇ ਨੇ ਲਾਈਕ ਵਾਟ ਆਰ ਦ ਡੋਂਟਸ ਐਂਡ ਵਾਟ ਆਰ ਦ ਡੂਜ਼ ਹੈ ਨਾ। ਸਾਨੂੰ ਨਹੀਂ ਪਤਾ ਕਿਸ ਤਰ੍ਹਾਂ ਲਿਖੀਏ ਐਂਡ ਸਾਨੂੰ ਨਹੀਂ ਪਤਾ ਕਿ ਰਾਈਟਿੰਗ ਟਾਸਕ 1 ਨੂੰ ਇਕੁਅਲ ਇੰਪੋਰਟੈਂਸ ਦੇਣੀ ਚਾਹੀਦੀ ਹੈ ਐਜ਼ ਲਾਈਕ ਰਾਈਟਿੰਗ ਟਾਸਕ 2 ਔਰ ਨਾਟ। ਸੋ ਗਾਈਜ਼ ਟਾਸਕ 1 ਇਜ਼ ਐਜ਼ crucial as your task 2. दो टास्क 1 इज ऑफ लैस वेटेज। टास्क 1 सिर्फ ਤੁਹਾਡਾ 3 ਬੈਂਡ ਦਾ ਹੁੰਦਾ ਹੈ, ਠੀਕ ਹੈ। ਇਟ ਇਜ਼ ਆਫ ਓਨਲੀ 3 ਬੈਂਡ। ਬਾਕੀ ਸਾਰੇ ਬੈਂਡ ਕਿੱਥੇ ਜਾਂਦੇ ਆ? ਟਾਸਕ 2 ਦੇ ਵਿੱਚ ਜਾਂਦੇ ਆ। ਬਟ ਯੂ ਗਾइस ਕੁਡ ਸਕੋਰ 3 ਆਊਟ ਆਫ 3 ਇਨ ਟਾਸਕ 1। सो होया ना बहुत ज़्यादा इंपॉर्टेंट। सो ऑलवेज गिव इक्वल इंपॉर्टेंस वाइल प्रिपेयरिंग। ये टास्क 1 ਨੂੰ ਲਾਈਟਲੀ ਨਾ ਲਓ। ਇਹ ਨਾ ਕਰੋ ਕਿ ਮੈਂ ਟਾਸਕ 1 ਨੂੰ ਬਾਅਦ ਦੇ ਵਿੱਚ ਕਰਾਂਗਾ, ਬਿਫੋਰ 1 ਵੀਕ ਚੱਕਾਂਗਾ, ਜਾਂ ਫਿਰ ਮੇਰੀ ਡੇਲੀ ਪ੍ਰੈਕਟਿਸ ਨਹੀਂ ਕਰਨੀ ਬਿਕਾਜ਼ ਮੇਰੇ ਲਈ ਤਾਂ ਟਾਸਕ 2 ਹੀ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਮੈਂ ਟਾਸਕ 2 ਤੇ ਹੀ ਸਾਰਾ ਆਪਣਾ ਟਾਈਮ ਡਿਵੋਟ ਕਰੂੰਗਾ। ਇਹ ਬਲੰਡਰ ਉੱਥੇ ਕਮਿਟ ਨਾ ਕਰੋ ਬਿਕਾਜ਼ ਅਗਰ ਟਾਸਕ 2 ਦੇ ਵਿੱਚ ਉੱਥੇ ਤੁਹਾਡੀ ਥੋੜ੍ਹੀਆਂ ਬਹੁਤ ਕਮੀਆਂ ਰਹਿ ਗਈਆਂ ਹੈ ਨਾ, ਤੁਸੀਂ ਕੋਈ ਸਪੈਲਿੰਗ ਐਰਰ ਕਰਤੀ, ਕੋਈ ਸਟਰਕਚਰ ਨਹੀਂ ਪਾਇਆ, ਜਾਂ ਫਿਰ ਕੁਝ ਹੋਰ ਤੁਸੀਂ ਉੱਥੇ ਬਲੰਡਰ ਕਮਿਟ ਕਰਤੀ, ਸੋ ਦੇਰ ਆਰ ਲੋਟਸ ਆਫ ਚਾਂਸਿਸ ਕਿ ਟਾਸਕ 1 ਹੈ ਜਿਹੜਾ ਤੁਹਾਡਾ ਉਹ ਇਕੁਅਲ ਉਹਨੂੰ ਬਣਾ ਦੇਗਾ। ਦੇਖੋ ਅਗਰ ਟਾਸਕ 1 ਦੇ ਵਿੱਚ ਤੁਸੀਂ 3 ਆਊਟ ਆਫ 3 ਲੈ ਲਏ ਹੈ ਨਾ ਐਂਡ ਤੁਹਾਡੀ ਰਿਕੁਆਇਰਮੈਂਟ ਸਿਰਫ 6 ਦੀ ਹੈ ਜਾਂ 6.5 ਜਾਂ 7 ਦੀ ਹੈ, ਤਾਂ ਫਿਰ ਦੇਖੋ ਬਾਕੀ ਕਿੰਨਾ ਸਕੋਰ ਰਹਿ ਗਿਆ ਜਿਹੜਾ ਤੁਸੀਂ ਟਾਸਕ 2 ਦੇ ਵਿੱਚ ਅਚੀਵ ਕਰਨਾ। ਸੋ ਮੈਂ ਬਾਰ-ਬਾਰ ਕਹਿ ਰਹੀ ਹਾਂ ਟਾਸਕ 1 ਇਜ਼ ਐਜ਼ ਇੰਪੋਰਟੈਂਟ ਐਜ਼ ਯੂਅਰ ਟਾਸਕ 2। ਓਕੇ ਨਾਓ ਜਦੋਂ ਵੀ ਐਕੈਡੈਮਿਕ ਦੇ ਵਿੱਚ ਟਾਸਕ 1 ਆਉਂਦਾ ਹੈ, ਫਸਟ ਆਫ ਆਲ ਵਟ ਅਬਾਊਟ ਵਰਡ ਲਿਮਿਟ, ਹਾਊ ਮੈਨੀ ਵਰਡਸ ਵੀ ਸ਼ੁੱਡ ਰਾਈਟ। ਉੱਥੇ ਉਹਨਾਂ ਨੇ ਟਾਈਟਲ ਦੇ ਵਿੱਚ ਹੀ ਲਿਖਿਆ ਹੁੰਦਾ ਯੂ ਸ਼ੁੱਡ ਰਾਈਟ ਐਟ ਲੀਸਟ 150 ਵਰਡਸ। ਮੀਨਸ ਸਾਨੂੰ 150 ਵਰਡਸ ਤਾਂ ਲਿਖਣੇ ਹੀ ਲਿਖਣੇ ਪੈਣਗੇ। ਅਗਰ ਅਸੀਂ ਇਸ ਤੋਂ ਘੱਟ ਲਿਖਾਂਗੇ ਦੈਨ ਵਿਲ ਡੈਫੀਨੇਟਲੀ ਗੈਟ ਪੈਨਲਟੀ, ਸਾਡਾ ਬੈਂਡ ਸਕੋਰ ਇਫੈਕਟ ਕਰੇਗਾ। ਬਟ ਅਬਵ ਲਿਮਿਟ ਉਹਨਾਂ ਨੇ, ਹਾਈ ਲਿਮਿਟ ਉਹਨਾਂ ਨੇ ਕੁਝ ਵੀ ਕਨਸਟ੍ਰੇਂਟਸ ਨਹੀਂ ਰੱਖੇ। ਸੋ ਯੂ ਕੈਨ ਗੋ ਅਪ ਟੂ 200 ਹੈ ਨਾ, ਈਵਨ 250 ਤੱਕ ਵੀ ਜਾ ਸਕਦੇ ਹੋ। ਬਟ 220 210 ਇੰਨੇ ਕੁ ਵਰਡਸ ਮੋਰ ਦੈਨ ਸਫੀਸ਼ੀਐਂਟ ਹੁੰਦੇ ਨੇ। ਕਿਉਂ? ਨੰਬਰ 1 ਯੂ ਆਰ ਐਕੈਡੈਮਿਕ ਸਟੂਡੈਂਟ, ਤੁਹਾਡੇ ਲਈ ਇੰਨੀ ਵਰਡ ਲਿਮਿਟ ਸਫੀਸ਼ੀਐਂਟ ਹੈ। ਨੰਬਰ 2 ਅਗਰ ਇਸ ਤੋਂ ਜ਼ਿਆਦਾ ਲਿਖੋਗੇ ਤਾਂ ਤੁਹਾਡਾ ਟਾਈਮ ਵੇਸਟ ਹੋਏਗਾ ਤੇ ਟਾਸਕ 2 ਦੇ ਲਈ ਟਾਈਮ ਤੁਹਾਨੂੰ ਘੱਟ ਬਚੇਗਾ। ਨੰਬਰ 3 ਇੰਪੋਰਟੈਂਟ ਥਿੰਗ ਹੇਅਰ ਟੂ ਨੋਟ ਇਸ ਮੈਂ ਬਹੁਤ ਜ਼ਿਆਦਾ ਸਟੂਡੈਂਟਸ ਨੂੰ ਇਹ ਵੀ ਦੇਖਿਆ ਡਾਇਲੇਮਾ ਹੁੰਦਾ ਕਿ ਪਹਿਲਾਂ ਅਸੀਂ ਟਾਸਕ 1 ਪਰਫਾਰਮ ਕਰੀਏ ਜਾਂ ਫਿਰ ਅਸੀਂ ਟਾਸਕ 2 ਕਰੀਏ। ਗਾਈਜ਼ ਆਲਵੇਜ਼ ਰਿਮੈਂਬਰ ਸਭ ਤੋਂ ਪਹਿਲਾਂ ਤੁਸੀਂ ਟਾਸਕ 1 ਹੀ ਪਰਫਾਰਮ ਕਰੋ। ਨਾਓ ਵਾਈ, ਦੇਖੋ ਅਗਰ ਤੁਸੀਂ ਪਹਿਲਾਂ ਟਾਸਕ 2 ਪਰਫਾਰਮ ਕਰਨ ਬੈਠ ਗਏ ਹੈ ਨਾ, ਸਾਡੇ ਕੋਲ ਟੋਟਲ ਟਾਈਮ ਕਿੰਨਾ ਵੀ ਹੈਵ 1 ਆਰ, ਜਿਹਦੇ 'ਚੋਂ ਅਸੀਂ ਡਿਵਾਈਡ ਕਰ ਲੈਂਦੇ ਹਾਂ 20 ਫॉर द टास्क 1 एंड 40 फॉर द टास्क 2। ਜੇ 40 ਤੋਂ ਜ਼ਿਆਦਾ ਮਿੰਟਸ ਤੁਹਾਡੇ ਲੱਗ ਗਏ ਉੱਥੇ, ਹੋ ਸਕਦਾ ਤੁਸੀਂ 50 ਮਿੰਟਸ ਲਗਾਤੇ ਹੈ ਨਾ, ਤੁਸੀਂ ਲਿਖ ਰਹੇ ਹੋ ਤੁਹਾਨੂੰ ਟਾਈਮ ਦਾ ਨਹੀਂ ਪਤਾ ਲੱਗਿਆ, ਤਾਂ ਟਾਸਕ 1 ਕਦੇ ਵੀ ਕੰਪਲੀਟ ਨਹੀਂ ਹੋਏਗਾ। ਐਂਡ ਟਾਸਕ 1 ਆਉਂਦੇ ਹੋਏ ਵੀ ਤੁਸੀਂ ਉੱਥੇ ਗਲਤੀ ਕਰਕੇ ਆਓਗੇ, ਬਲੰਡਰ ਕਮਿਟ ਕਰਕੇ ਆਓਗੇ। ਸੋ ਹਮੇਸ਼ਾ ਟਾਸਕ 1 ਨੂੰ ਤੁਸੀਂ ਕੰਪਲੀਟ ਕਰਾਓ, ਠੀਕ ਹੈ। ਫਟਾਫਟ ਪਹਿਲਾਂ ਉਹਨੂੰ ਕੰਪਲੀਟ ਕਰ ਦਿਓ ਟਾਸਕ 1 ਨੂੰ। ਸੋ टाइम की अगर गल करिए वी हैव 20 मिनट्स है ना, 1 आवर टोटल होंगे जिहदे चों आपां 20 मिनट्स लगा लैंदे आ। माय सजेशन इज ऑलवेज ट्राई टू कंप्लीट योर टास्क 1 इन 15 टू 17 मिनट्स ਦੇ ਵਿੱਚ ਉਹਨੂੰ ਕੰਪਲੀਟ ਕਰ ਦਿਓ। ਜਿਹੜੇ ਐਂਡ ਦੇ 2-3 ਮਿੰਟਸ ਰਹਿ ਜਾਂਦੇ ਨੇ ਡੈਟ ਆਰ ਫॉर ਪ੍ਰੂਫ ਰੀਡਿੰਗ। ਸੋ ਗਾइस ਪ੍ਰੂਫ ਰੀਡਿੰਗ ਇਜ਼ ਮਸਟ। ਪ੍ਰੂਫ ਰੀਡਿੰਗ ਅਗਰ ਨਹੀਂ ਕਰਕੇ ਆਓਗੇ ਤਾਂ ਕੁਝ ਗਲਤੀਆਂ ਤੁਸੀਂ ਟਾਈਪੋਲੋਜੀਕਲ ਐਰਰਸ ਆਪਾਂ ਕਰ ਜਾਂਦੇ ਆ ਹੈ ਨਾ, ਕੁਝ ਆਂਦਾ ਹੁੰਦਾ ਫਿਰ ਵੀ ਗਲਤ ਲਿਖ ਦਿੰਦੇ ਆ, ਤਾਂ ਉਹ ਗਲਤੀਆਂ ਨੂੰ ਰੈਕਟੀਫਾਈ ਕਰਨ ਦੇ ਲਈ ਪ੍ਰੂਫ ਰੀਡਿੰਗ ਇਜ਼ ਮਸਟ। ਸੋ ਆਲਵੇਜ਼ ਮੇਕ ਸ਼ੋਰ ਇਨ ਯੂਰ ਮਾਈਂਡ ਕਿ ਮੈਂ ਪ੍ਰੂਫ ਰੀਡਿੰਗ ਕਰਨੀ ਹੀ ਕਰਨੀ ਹੈ ਤੇ ਮੈਂ ਉਹਦੇ ਲਈ ਟਾਈਮ ਕੱਢਣਾ ਹੀ ਕੱਢਣਾ, ਚਾਹੇ 2 ਮਿੰਟਸ ਕੱਢਾਂ ਚਾਹੇ 3 ਮਿੰਟਸ ਕੱਢਾਂ, ਫਾਈਨ। ਤਾਂ ਜਦੋਂ ਤੁਹਾਡਾ ਇੱਥੇ 20 ਮਿੰਟਸ ਦੇ ਵਿੱਚ है ना एक बार टास्क 1 कंप्लीट हो गया, सो यू विल फील कॉन्फिडेंट। तो कॉन्फिडेंस अपने आप थोड़ा बूस्ट हो जाएगा कि मेरा टास्क 1 तो हो गया, हुण मैं जिहड़ा बचिया टाइम है मेरे को बहुत टाइम है, सफिशिएंट टाइम है, वो मैं सिर्फ टास्क 2 ते डिवोट करना है। फाइन, ये चीज़ का ध्यान रखो, बहुत इंपॉर्टेंट रोल प्ले करती ने। फाइन,
बैंड स्कोर आप ऑलरेडी डिस्कस कर चुके हैं, टास्क 1 इज ऑफ 3 बैंड। सो इन टास्क 1 यू कुड अचीव 3 on 3 है ना, 3 बैंड लेने या 2.5 लेने इज नॉट रॉकेट साइज, बट ਉਹਦੇ ਨਾਲ ਤੁਹਾਨੂੰ ਥੋੜੀ ਸਟ੍ਰੈਟੇਜੀਜ਼ ਟਿਪਸ ਐਂਡ ਟ੍ਰਿਕਸ ਦੇ ਨਾਲ ਚੱਲਣਾ ਪਏਗਾ, then definitely you could achieve। now what are the types? task 1 ਦੇ ਵਿੱਚ ਜਦੋਂ ਟਾਈਪਸ ਦੀ ਗੱਲ ਆਉਂਦੀ ਹੈ ਉੱਥੇ ਤੁਹਾਨੂੰ ਆ ਸਕਦਾ ਹੈ ਬਾਰ ਗ੍ਰਾਫ, ਲਾਈਨ ਗ੍ਰਾਫ, ਪਾਈ ਚਾਰਟ, ਟੇਬਲ, ਮੈਪ, ਪ੍ਰੋਸੈਸ है ना, फ्लो चार्ट, डायग्राम कोई आ सकती है, या फिर कॉम्बिनेशन आ सकता है, लाइक 2 बार्स आ गए, पाई और बार का कॉम्बिनेशन आ गया, लाइन और बार का कॉम्बिनेशन आ गया, इस तरह के कॉम्बिनेशन आ सकते हैं। सो गाइज मेक श्योर ਜਦੋਂ ਦੇਖੋ ਤੁਸੀਂ ਪ੍ਰੈਪਰੇਸ਼ਨ ਸਟਾਰਟ ਕਰੀ ਫਸਟ 2-3 ਡੇਜ਼ ਤੁਸੀਂ ਇਹ ਸਾਰੀਆਂ ਚੀਜ਼ਾਂ ਸਮਝਣ ਤੇ ਲਗਾਓ। ਇਹ ਨਾ ਕਰੋ ਕਿ ਮੈਂ ਇੱਕਦਮ ਹੀ ਸਟਾਰਟ ਕਰਦਾ ਹੈ ਨਾ, ਮੈਨੂੰ ਅੱਜ ਹੀ ਲਿਖਣਾ ਆ ਜੇ, ਇਹ ਨਾ ਕਰੋ। ਫਸਟ ਆਫ ਆਲ ਡਿਵੋਟ ਯੂਰ ਪ੍ਰੈਸ਼ੀਅਸ ਟਾਈਮ ਹੈ ਨਾ ਟੂ ਅੰਡਰਸਟੈਂਡ ਸੱਚ ਟਾਈਪ ਆਫ ਥਿੰਗਸ ਕਿ ਕਿੰਨੀਆਂ ਟਾਈਪਸ ਨੇ, ਕਿੰਨੀ ਵਰਡ ਲਿਮਿਟ ਹੈ, ਕਿਸ ਤਰ੍ਹਾਂ ਲਿਖਣਾ ਹੈ ਨਾ, ਕਿ ਵਧੀਆ ਬੁੱਕਸ ਦੇ ਵਿੱਚੋਂ, ਕੇਮਬ੍ਰਿਜ ਦੀਆਂ ਬੁੱਕਸ ਦੇ ਵਿੱਚੋਂ ਤੁਸੀਂ सैंपल्स देखो कि किस तरह वो लिखते हैं, मैं किस तरह लिखना है, वोकैबुलरी पे वर्क करो, सेंटेंस स्ट्रक्चर पे वर्क करो, देन आफ्टर 2-3 डेज स्टार्ट योर फुल फ्लेज प्रिपरेशन। वो तुहानू बहुत ज़्यादा हेल्प करेगी। ओके, नाउ how many paragraphs we should make in task 1? That's again a big question. So I suggest you guys always make 4 paragraphs that are more than sufficient. कभी भी 5 ना बनाओ है ना। Number 1 is your introduction, number 2 is overview, number 3 is body paragraph 1, number 4 is body paragraph 2। कभी भी body paragraph 3 ना बना के आओ, time waste होएगा। more than sufficient ने 4 paragraphs इन्हें ही बना के आओ। now number 1 is introduction। introduction कितने words ਦੀ ਹੋਣੀ ਚਾਹੀਦੀ ਹੈ and ਉਹਦੇ ਵਿੱਚ ਕੀ ਹੋਣਾ ਚਾਹੀਦਾ ਹੈ guys? introduction should be in 2 to 3 lines है ना, या फिर 4 ਲਾਈਨਸ ਤੱਕ ਤੁਸੀਂ ਜਾ ਸਕਦੇ ਹੋ। ਇਸ ਤੋਂ ਵੱਡੀ ਇੰਟਰੋਡਕਸ਼ਨ ਨਾ ਦਿਓ, ਬਿਕਾਜ਼ ਟਾਸਕ 1 ਦੀ ਜਿਹੜੀ ਸਟੇਟਮੈਂਟ ਹੁੰਦੀ ਹੈ ਉਹ 1 ਲਾਈਨ ਦੀ ਹੁੰਦੀ ਹੈ ਜਾਂ 2 ਲਾਈਨਸ ਦੀ ਹੁੰਦੀ ਹੈ, ਐਂਡ ਉਹਨੂੰ ਅਸੀਂ ਇੰਟਰੋਡਕਸ਼ਨ ਦੇ ਵਿੱਚ 2 to 3 ਲਾਈਨਸ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਲਿਖ ਸਕਦੇ ਹਾਂ ਹੈ ਨਾ। ਆਲਵੇਜ਼ ਪੈਰਾਫਰੇਜ਼ ਦਾ ਸਟੇਟਮੈਂਟ, ਠੀਕ ਹੈ। एंड अगर आप वर्ड लिमिट की गल करिए दैट इज 20 to 30 वर्ड्स इन बिटवीन, इन्नी होनी चाहिए। इस तो ज़्यादा लिखोगे टाइम वेस्ट होएगा, घट लिखोगे कंप्लीट नहीं होएगी, ठीक है। मतलब एग्जामिनर के माइंड से क्वेश्चन जो हो जाएगा कि इन्हें प्रॉपर एक्सप्लेन नहीं किया। व्हाट इज द एम ऑफ इंट्रोडक्शन? द एम ऑफ इंट्रोडक्शन इज टू इंट्रोड्यूस द टेक्स्ट बाय पैराफ्रेजिंग एंड टू मेक द एग्जामिनर क्लियर और प्रोवाइडिंग द एग्जामिनर अ हाईलाइटिंग फीचर व्हाट आई एम गोइंग टू राइट इन टास्क 1 है ना। मैं ओवरव्यू ਦੇ ਵਿੱਚ ਕੀ ਲਿਖੂੰਗਾ, BP1 BP2 ਦੇ ਵਿੱਚ ਕੀ ਲਿਖੂੰਗਾ। ਸਪੋਜ਼ ਤੁਹਾਨੂੰ ਕੋਈ ਵੀ ਕੁਐਸਚਨ ਸਟੇਟਮੈਂਟ ਆਈ, ਕੋਈ ਪ੍ਰੋਸੈਸ ਆਇਆ ਹੈ ਨਾ, ਕਿਸੇ डायग्राम आई, किसी सुपरमार्केट का प्रोसैस आया या उसकी कोई डायग्राम लेआउट कुछ भी आया, तो उसनू तुसी पैराफ्रेज करो इन योर वर्ड्स। ਉਹਦੇ ਵਿੱਚ इंक्लूड होने चाहिए ਤੁਹਾਡੇ सिनोनिम्स, ਤੁਹਾਡੀ वोकैबुलरी, सारा कुछ इंक्लूड होना चाहिए ਜਿਹੜਾ ਤੁਹਾਨੂੰ बहुत ज़्यादा असिस्टेंस प्रोवाइड करेगा। फाइन। सो इंट्रोड्यूस द टेक्स्ट बाय पैराफ्रेजिंग, पैराफ्रेज करके ਉਹਨੂੰ इंट्रोड्यूस करो टेक्स्ट ਨੂੰ, ठीक है। उस तो बाद तुसी किस किस तरह की वर्डिंग यूज कर सकते हो, किस तरह दी लाइन्स यूज कर दो। सपोज तुहानू उत्थे आया द ग्राफ शोज है ना, द बार ग्राफ शोज, द गिवन बार ग्राफ शोज, द गिवन लाइन ग्राफ शोज, तो उन्होंने पैराफ्रेज करो। किवें कर सकते हो? लाइक द ग्राफ इलस्ट्रेट्स तुसी वर्ड यूज कर सकते हो, द ग्राफ रिप्रेजेंट्स, द ग्राफ शोज और द ग्राफ डिस्क्राइब्स, the graph depicts, कुछ भी तुसी यूज कर सकते हो। now most of the students commit a big blunder, like ਉਹਨਾਂ ਨੂੰ क्वेश्चन ਦੇ ਵਿੱਚ ਤਾਂ बार ग्राफ आया ਹੁੰਦਾ ਜਾਂ लाइन ग्राफ आया ਹੁੰਦਾ, ਉਹ ਜਦੋਂ ਆਨਸਰ ਕਰਦੇ ਨੇ ਇੰਟਰੋਡਕਸ਼ਨ ਲਿਖਣੀ ਸਟਾਰਟ ਕਰਦੇ ਨੇ ਉਲਟਾ ਕਰ ਦਿੰਦੇ ਨੇ। ਅਗਰ बार ग्राफ ਆਇਆ लाइन ग्राफ ਲਿਖ ਦਿੰਦੇ ਨੇ, ਲਾਈਨ ਆਇਆ बार ਲਿਖ ਦਿੰਦੇ ਨੇ ਹੈ ਨਾ। ਉਹਨਾਂ ਨੂੰ ਨਹੀਂ ਪਤਾ ਮੈਨੂੰ ਫਲੋ ਚਾਰਟ ਆਇਆ ਹੈ ਨਾ, ਉਹ ਉਹਨੂੰ ਕੁਝ ਹੋਰ ਹੀ ਲਿਖਾਉਂਦੇ ਨੇ, ਲਾਈਕ ਉਹਨੂੰ ਡਾਇਗਰਾਮ ਲਿਖਾਉਂਦੇ ਨੇ, ਕੁਝ ਵੀ ਲਿਖਾਉਂਦੇ ਨੇ। ਸੋ ਇਸ ਇੰਨੀਆਂ ਚੀਜ਼ਾਂ ਨੂੰ ਕੰਪਰੋਮਾਈਜ਼ ਕਰਨ ਦੇ ਲਈ ਤੁਸੀਂ ਸਿੱਧਾ ਗ੍ਰਾਫ ਵੀ ਲਿਖ ਸਕਦੇ ਹੋ। ਫਾਈਨ। ओके, टेबल आया, द टेबल गिव्स इंफॉर्मेशन अबाउट, द टेबल रिप्रेजेंट्स इंफॉर्मेशन अबाउट, इस तरह लिख सकते हो। कॉम्बिनेशन ਦੇ ਵਿੱਚ आया तो कॉम्बिनेशन लिख सकते हो, या फिर अगर कॉम्बिनेशन ਦੇ ਵਿੱਚ ਤੁਹਾਨੂੰ कन्फ्यूजन ਹੁੰਦੀ है, लाइक मैं ये नहीं लिखना द बार ग्राफ एंड लाइन ग्राफ शोज, द पाई चार्ट एंड द लाइन ग्राफ शोज डिपिक्ट्स, तो मैं ਇੱਥੇ ਸਿੱਧਾ ਕੀ ਲਿਖ ਸਕਦਾ, द डेटा प्रोवाइड्स इंफॉर्मेशन, द डेटा रिप्रेजेंट्स, ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ठीक है। नाउ वेरी इंपॉर्टेंट थिंग इज, अगर ਤੁਸੀਂ अपना बैंड स्कोर इंक्रीज करना चाहते हो, इंपॉर्टेंट टिप हियर is always use passive structures in your introduction, ठीक है। ਹੁਣ ਦੇਖੋ ਇਹ ਸਿੰਪਲ ਐਕਟਿਵ ਦੀਆਂ ਲਾਈਨਸ ਨੇ, ਲਾਈਕ ਦ ਗ੍ਰਾਫ ਰਿਪਰੈਜ਼ੈਂਟ, ਸੋ ਤੁਹਾਨੂੰ ਸਟੇਟਮੈਂਟ ਆਈ ਦ ਡਾਇਗਰਾਮ ਰਿਪਰੈਜ਼ੈਂਟਸ ਦ ਪ੍ਰੋਸੈਸ ਆਫ ਪੇਪਰ ਮੇਕਿੰਗ ਹੈ ਨਾ, ਤੁਹਾਨੂੰ ਇਸ ਤਰ੍ਹਾਂ ਸਟੇਟਮੈਂਟ ਆਈ। ਉਸਨੂੰ ਪੈਸਿਵ ਦੇ ਵਿੱਚ ਕਿਸ ਤਰ੍ਹਾਂ ਚੇਂਜ ਕਰ ਸਕਦੇ ਹੋ, ਦ ਡਾਇਗਰਾਮ ਰਿਪਰੈਜ਼ੈਂਟਸ, ਦ ਡਾਇਗਰਾਮ ਡਿਪਿਕਟਸ ਹਾਊ ਪੇਪਰ ਇਜ਼ ਮੇਡ, ਇਸ ਤਰ੍ਹਾਂ ਉਹਨੂੰ ਪੈਸਿਵ ਸਟਰਕਚਰ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਹੋ। ਜਦੋਂ ਪੈਸਿਵ ਸੈਂਟੈਂਸਿਸ ਇਨਕੋਰਪੋਰੇਟ ਕਰੋਗੇ ਇਨ ਯੋਰ ਇੰਟਰੋਡਕਸ਼ਨ, ਗਾइस ਬਿਲੀਵ ਮੀ ਤੁਹਾਡਾ ਬੈਂਡ ਸਕੋਰ ਹਾਫ ਬੈਂਡ ਅਬਵ ਜਾਏਗਾ ਹੀ ਜਾਏਗਾ। फाइन। सो ये सारियां ने इंट्रोडक्शन दी चीज़ां जिहड़ियां तुहानूं हमेशा माइंड दे विच रखणियां ने व्हेन यू आर राइटिंग टास्क 1।
So here I have a humble request, if you are finding the video useful, ਤੁਹਾਨੂੰ like ਵੀ ਤੁਸੀਂ ਕਰ ਰਹੇ ਹੋ, please subscribe to my channel and share the video with your friends and don't forget to hit the like button. Now moving on to the overview. ਹੁਣ ਦੇਖੋ second number ਤੇ overview ਮੈਂ ਦੱਸਿਆ, overview it all depends on you, ਤੁਸੀਂ second number ਤੇ ਲਿਖਣਾ ਹੈ ਜਾਂ ਫਿਰ fourth ਤੇ, means BPs ਤੋਂ ਬਾਅਦ ਲਿਖਣਾ ਹੈ ਜਾਂ ਫਿਰ direct introduction ਤੋਂ ਬਾਅਦ ਲਿਖਣਾ ਹੈ, but I suggest ਹਮੇਸ਼ਾ overview ਨੂੰ introduction ਤੋਂ ਬਾਅਦ ਲਿਖ ਕੇ ਆਓ। Now overview ਨੂੰ ਜਦੋਂ ਵੀ ਲਿਖਣਾ ਬਹੁਤ crucial overview ਨੂੰ ਲਿਖਣਾ, ਉਹਦੇ ਵਿੱਚ ਕੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। So in overview guys, always write 2 to 3 lines, है ना। Overview should be your summary. So overview एक summary ਹੁੰਦਾ है। For instance ਆਪਾਂ ਕੋਈ मूवी देखी है ना, मैं कोई मूवी वॉच ਕੀਤੀ ਤਾਂ ਮੇਰੇ friend ਨੇ ਜਾਂ ਕਿਸੇ ਨੇ ਵੀ ਮੈਨੂੰ ਆ ਕੇ ਪੁੱਛਿਆ ਕਿ मूवी ਕੀ ਸੀ, मूवी की स्टोरी की सी, ठीक है, तो मैं उन्होंने पूरी मूवी सुनाऊंगा, 2.5-3 घंटे की मूवी में सुनाऊंगा नहीं, मैं उन्होंने सिर्फ इंपॉर्टेंट चीज़ां मीनस मोटी जो मूवी की स्टोरी सी वो सुना दूंगा। डैट इज़ योर ओवरव्यू। तो कोई भी ग्राफ आया, सपोज तो बार ग्राफ आया, बार ग्राफ में पहला ध्यान नाल समझो, समझ के उन्होंने अपनी नेटिव लैंगुएज दे विच ट्रांसलेट कर सकते हो इन पंजाबी और हिंदी, है ना, किसी भी लैंगुएज दे विच जो तुसी कंफर्टेबल हो, तो उसनों की करो, एक स्टोरी बनाओ, स्टोरी दी मीनस समरी कड्डो, ओदा जिस्ट कड्डो, क्रक्स कड्डो। दैट शुड बी योर ओवरव्यू, मीनस मोटी चीज़ कड्ड के जेड़ी समरी है, सपोज तुहानूं कोई बार ग्राफ आया, ठीक है, तुहानूं इत्थे कोई बार ग्राफ आ गया, ये बार ग्राफ की कर रहा है, इंक्रीजिंग ट्रेंड शो कर रहा है ना। सपोज ये लिटरेसी रेट है, ये मैन का है या फिर विमेन का आया, विमेन का कुछ डिक्रीज हो रहा सी, दैन वट विल बी द ओवरव्यू। ओवरव्यू की होएगा, ये जिहड़ा बार ग्राफ सी, जिहड़ा कुछ भी सी वो डिपिक्ट कर रहा, लिटरेसी रेट ऑफ मैन इंक्रीज्ड विद द पैसेज ऑफ टाइम एज कंपेयर टू विमेन, है ना। ओवरव्यू हो गया ना मोटा, ये तो नहीं मैं दसिया कि 1980 ਦੇ ਵਿੱਚ ਉਹ ਇੰਨਾ ਸੀ, 2000 ਦੇ ਵਿੱਚ ਇੰਨਾ ਸੀ, या फिर ਵਿੱਚ फ्लक्चुएट हो रहा सी, कुछ हो रहा सी, मीनस मैं उपरों ਨੂੰ ਦੱਸਦਾ that it increased with the passage of time, means overview should be your summary, fine। ਹੁਣ ओवरव्यू ਨੂੰ ਸਟਾਰਟ ਕਿਵੇਂ ਕਰ ਸਕਦੇ ਹੋ, ओवरव्यू ਨੂੰ ਹਮੇਸ਼ਾ ओवरऑल ਤੋਂ ਸਟਾਰਟ ਕਰ ਸਕਦੇ ਹੋ, ओवरऑल कॉमा उस तो बाद ਉਹਨੂੰ ਸਟਾਰਟ ਕਰ ਦਿਓ, ठीक है। एंड गाइज ट्राई करो ओवरव्यू हमेशा 1 सेंटेंस होना चाहिए, कॉम्पलैक्स सेंटेंस तुसी उन्होंने बना सकते हो, बट ये नहीं कि उहदे विच फुल स्टॉप लगा के तुसी 2-3 सेंटेंसेस बनाते, फिर ओवरव्यू नहीं रहेगा, ठीक है। 1 सेंटेंस समरी ये होनी चाहिए, इन्हू हमेशा माइंड दे विच बना के रखो। And important thing here is to note is there should be no numerical value in your overview। ये नहीं होना चाहिए 1980 ਦੇ ਵਿੱਚ ए सी या फिर कोई numerical value increased by 20%, है ना, इस तरह की ईयर्स डेट्स कोई भी numerical value include नहीं होनी चाहिए, लाइक ईयर्स डेट्स नंबर्स कुछ नहीं होना चाहिए। ओवरव्यू शुड नॉट बी लेंथी, ये नहीं होना चाहिए कि तुसी सेंटेंसेस बनाई जा रहे हो, 2-3 सेंटेंसेस बनाते, नो, इट शुड बी 1 सेंटेंस समरी, बस खत्म, फाइन, ओके। देयर शुड बी नो कनैक्टर्स। हुण जदों असी फुल स्टॉप ही नहीं लगा रहे, उत्थे तक कनैक्टर्स आउण दा तां कोई मतलब ही नहीं बनता, ठीक है, समझ आ गया। कॉम्पलैक्स स्ट्रक्चर बनाओ, स्ट्रक्चर्स तुसी ऐड कर सकते हो, बट कनैक्टर्स ना पा के आओ, उहदे विच कनैक्टर एक हो गया स्टार्टिंग ते, दैट इज ओवरऑल इट्स मोर देन सफिशिएंट। सो गाइज मेक श्योर, है ना, इट्स वेरी क्रूशियल, सो ऑलवेज सिट विद फुल कॉन्सनट्रेशन, बिकॉज ओवरव्यू है जिहड़ा बहुत इंपॉर्टेंट रोल प्ले करेगा। ओवरव्यू ना तुसी ये समझ लो, ओवरव्यू पूरा घुमा सकते हैं ना, इट कुड टर्न अप योर टास्क 1 बिकॉज इट हैज़ द कैपेसिटी कि ओवरव्यू पढ़ के ही एग्जामिनर में एक हाईलाइटिंग फीचर यू आर गोइंग टू प्रोवाइड कि मैं की लिखना चाह रही हूँ, ओवरव्यू की है, मतलब इन्ना बड़ा ग्राफ जिन्होंने तुसी लिखन जा रहे सी 150 to 200 वर्ड्स दे विच, उन्होंने सारे नूं तुसी 1 सेंटेंस समरी दे विच प्रोवाइड करन जा रहे हो। सो ओवरव्यू इज़ वेरी सिग्निफिकेंट, उहदे बहुत ज़्यादा टाइम स्पेंड करो, जो प्रिपरेशन करते हो ना उदों ही ओवरव्यू ते काफ़ी टाइम स्पेंड करो, एंड डिफरेंट तुसी टास्क 1 चक्को, ਉਹਦਾ सिर्फ ओवरव्यू ही लिख के देख लो, ਉਹਨੂੰ चेक करवा सकते हो, ठीक है, वो बहुत इंपॉर्टेंट रोल प्ले करेगा, तो बैंड स्कोर पक्का हाई जाएगा ही जाएगा। फाइन, नाउ 2 पैराग्राफ्स साडे हो चुके, नाउ कम्स टू बॉडी पैराग्राफ्स, बॉडी पैराग्राफ 1 एंड बॉडी पैराग्राफ 2, नेवर मेक बॉडी पैराग्राफ 3, ठीक है, टोटल 4 पैराग्राफ्स ही बना के आओ। BP3 की कोई जरूरत नहीं होंगी, है ना, इट्स नॉट मैंडेटरी एंड देयर इज नो नीड, जे बना के आओगे तो टाइम वेस्ट ही करके आओगे। नाउ BP1 दे विच 4 to 6 लाइन्स होनी चाहिए ने, एंड BP1 दे विच हमेशा प्रोवाइड करके आओ अपने हाईलाइटिंग फीचर, मीनस राइट करो अपने मेन फीचर्स। हुण जदों भी सानू एक डायग्राम आउंदी है या कोई भी ग्राफ आउंदा है ना, कोई
ਟੇਬਲ ਆਉਂਦਾ ਹੈ ਤਾਂ ਉਹਨੂੰ ਪੜ੍ਹ ਕੇ ਸਾਨੂੰ ਪਤਾ ਲੱਗ ਜਾਂਦਾ ਕਿ ਮੇਨ ਹਾਈਲਾਈਟਿੰਗ ਫੀਚਰਸ ਕੀ ਹੋ ਰਹੇ ਨੇ, ਮੀਨਸ ਕੋਈ ਟ੍ਰੈਂਡ ਇਨਕਰੀਜ਼ ਹੋ ਰਿਹਾ, ਕੋਈ ਡਿਕਰੀਜ਼ ਹੋ ਰਿਹਾ, ਉਹ ਚੀਜ਼ਾਂ ਤੁਸੀਂ BP1 ਦੇ ਵਿੱਚ ਲਿਖੋ ਜਿਹੜੀਆਂ ਮੇਨ ਚੀਜ਼ਾਂ ਨੇ। ਬਾਕੀ ਜਿਹੜੀਆਂ ਛੋਟੀਆਂ ਮੋਟੀਆਂ ਚੀਜ਼ਾਂ ਨੇ ਲਾਈਕ ਕਿਤੇ ਫਲਕਚੁਏਟਿੰਗ ਟ੍ਰੈਂਡ ਆਇਆ ਹੈ ਨਾ, ਕਿਤੇ ਉਹ ਇਨਕਰੀਜ਼ ਹੋਇਆ ਫਿਰ ਡਿਕਰੀਜ਼ ਹੋਇਆ, ਉਹ ਵਾਲੀਆਂ ਸਾਰੇ ਅਦਰ ਏਰੀਆਜ਼ ਤੁਸੀਂ ਐਕਸਪਲੇਨ ਕਰ ਸਕਦੇ ਹੋ ਇਨ BP2, ਬਟ BP1 ਦੇ ਵਿੱਚ ਹਮੇਸ਼ਾ ਟਰਾਈ ਟੂ ਰਾਈਟ ਡਾਊਨ ਦਾ ਮੇਨ ਹਾਈਲਾਈਟਿੰਗ ਫੀਚਰਸ। ਓਕੇ, ਹੁਣ BP1 ਨੂੰ ਤੁਸੀਂ ਸਿੱਧਾ ਸਟਾਰਟ ਕਰ ਸਕਦੇ ਹੋ ਇਨ ਰਿਗਾਰਡਸ ਟੂ ਡੈਸ਼, ਇਨ ਰਿਗਾਰਡਸ ਟੂ ਦ ਯੂਨਾਈਟਿਡ ਸਟੇਟਸ ਆਫ ਅਮਰੀਕਾ, ਇਨ ਰਿਗਾਰਡਸ ਟੂ ਮੈਨ, ਇਨ ਰਿਗਾਰਡਸ ਟੂ ਚਿਲਡਰਨ, ਇਨ ਰਿਗਾਰਡਸ ਟੂ ਸਕੂਲ। ਕੁਝ ਵੀ ਤੁਹਾਨੂੰ ਆਇਆ ਤਾਂ ਤੁਸੀਂ ਸਿੱਧਾ ਇਨ ਰਿਗਾਰਡਸ ਟੂ ਲਗਾ ਕੇ ਉਹਨੂੰ ਸਟਾਰਟ ਕਰ ਸਕਦੇ ਹੋ, ਠੀਕ ਹੈ। ਨਾਓ ਵਾਟ ਅਬਾਊਟ BP2? BP2 ਦੇ ਵਿੱਚ ਅਗੇਨ 4 to 5, ਇੱਥੇ 4 to 6 ਲਿਖ ਕੇ 4 to 5 ਲਾਈਨਸ ਮੀਨਸ ਇਕੁਅਲ ਵੇਟੇਜ ਹੋਣੀ ਚਾਹੀਦੀ ਹੈ। ਇਹ ਨਹੀਂ ਕਿ BP1 ਨੂੰ ਤਾਂ ਤੁਸੀਂ 8-10 ਲਾਈਨਸ ਦੇ ਵਿੱਚ ਲੈ ਗਏ ਤੇ BP2 ਦੇ ਵਿੱਚ ਸਿਰਫ ਤੁਹਾਡੇ ਕੋਲ 4 to 5 ਲਾਈਨਸ ਰਹਿ ਗਈਆਂ, ਠੀਕ ਹੈ, ਦੇਖਣ ਨੂੰ ਵੀ ਵਧੀਆ ਲੱਗੇ। ਸੋ ਆਲਵੇਜ਼ ਪੈਰਾਗ੍ਰਾਫ ਲੌਜੀਕਲੀ ਇਹਦੇ ਵੀ ਬੈਂਡ ਸਕੋਰ ਹੁੰਦੇ ਨੇ ਇਨ ਯੋਰ ਟਾਸਕ ਰਿਸਪੌਂਸ, ਫਾਈਨ। ਅਦਰ ਏਰੀਆਜ਼ ਇੱਥੇ ਐਕਸਪਲੇਨ ਕਰੋ। ਹੁਣ ਅਗਰ BP2 ਦੇ ਵਿੱਚ ਕੋਈ ਆਪੋਜ਼ਿਟ ਵਿਊ ਹੈ, ਕੋਈ ਕੰਟਰਾਸਟਿੰਗ ਵਿਊ ਹੈ, ਤਾਂ ਉਹਨੂੰ ਤੁਸੀਂ ਸਟਾਰਟ ਕਰ ਸਕਦੇ ਹੋ ਇਨ ਕੰਟਰਾਸਟ, ठीक है, उस तो बाद स्टार्ट कर दो, या फिर द लगा के भी सीधा स्टार्ट कर सकते हो, या फिर अगर कुछ एडिशन कर रहे हो फर्दर मोर है ना, इन एडिशन टू इट, तो ये वाले कनेक्टर्स लगा के तुम BP2 ਨੂੰ स्टार्ट कर सकते हो। सो गाइज दिस इज द exact format how you should write task 1, like what should be included है ना in your task 1। there should be good introduction ਜਿਹਦੇ ਵਿੱਚ ਤੁਸੀਂ paraphrase ਕਰੋਗੇ question statement ਨੂੰ with passive statements। number 2 should be your overview। overview ਕੀ ਹੁੰਦੀ ਹੈ? one sentence summary ਜਿਹਨੂੰ ਤੁਸੀਂ ਮਾਈਂਡ ਦੇ ਵਿੱਚ ਬਣਾ ਕੇ ਰੱਖੋ, ਕਦੇ ਵੀ lengthy ਨਾ ਕਰੋ। there should be no numerical values ਹੈ ਨਾ, ਇਸ ਤਰ੍ਹਾਂ ਉਹਨੂੰ ਲਿਖ ਕੇ ਆਓ। there should be no connectors ਜਿਹਦੀ ਨੀਡ ਹੀ ਨਹੀਂ ਹੈਗੀ। third should be your BP1 and fourth is BP2। ਇਹਦੇ ਵਿੱਚ ਤੁਸੀਂ 4 to 6 in between lines ਲਿਖ ਕੇ ਆ ਸਕਦੇ ਹੋ। BP1 ਦੇ ਵਿੱਚ ਹਮੇਸ਼ਾ ਹਾਈਲਾਈਟਿੰਗ ਫੀਚਰਸ ਪ੍ਰੋਵਾਈਡ ਕਰੋ ਐਂਡ BP2 ਦੇ ਵਿੱਚ ਜਿਹੜੇ ਰਿਮੇਨਿੰਗ ਏਰੀਆਜ਼ ਨੇ ਉਹਨਾਂ ਨੂੰ ਪ੍ਰੋਵਾਈਡ ਕਰੋ। ਸੋ ਆਈ ਹੋਪ ਦ ਐਗਜ਼ੈਕਟ format of task 1 academic is clear to you guys, and if you have any doubts or queries you could write me in the comment section। thank you so much, bye bye, take care।